शिक्षार्थियों, सत श्री अकाल, नमस्ते। आप सभी का पंजाबी भाषा के इस पाठ्यक्रम में हार्दिक स्वागत है। हमारा आज का विषय है क्रिया। क्रिया के बारे में जानने से पहले हम एक ऑडियो सुनते हैं। चलिए, आपकी स्क्रीन पर प्रस्तुत है यह एक ऑडियो। मेरा नाम सारा है ਅਤੇ ਮੈਂ 8ਵੀਂ ਜਮਾਤ ਵਿੱਚ ਪੜ੍ਹ ਰਹੀ ਹਾਂ। ਮੈਨੂੰ ਪੇਂਟਿੰਗ ਕਰਨਾ ਬਹੁਤ ਪਸੰਦ ਹੈ। ਮੈਂ ਪਾਣੀ ਵਾਲੇ ਰੰਗ ਅਤੇ ਹੋਰ ਕਿਸਮ ਦੇ ਰੰਗ ਨਾਲ ਤਸਵੀਰਾਂ ਬਣਾਉਂਦੀ ਹਾਂ। ਮੈਨੂੰ ਸੰਗੀਤ ਸੁਣਨਾ ਵੀ ਚੰਗਾ ਲੱਗਦਾ ਹੈ। ਮੈਂ ਰੋਜ਼ ਸਵੇਰੇ 6 ਵਜੇ ਉੱਠਦੀ ਹਾਂ। ਸਭ ਤੋਂ ਪਹਿਲਾਂ ਮੈਂ ਪਾਣੀ ਪੀਂਦੀ ਹਾਂ ਅਤੇ ਫਿਰ ਕੁਝ ਸਮਾਂ ਸੈਰ ਕਰਦੀ ਹਾਂ ਤਾਂ ਕਿ ਦਿਨ ਦੀ ਸ਼ੁਰੂਆਤ ਚੰਗੀ ਹੋ ਸਕੇ ਅਤੇ ਸਿਹਤ ਵੀ ਚੰਗੀ ਰਹੇ। ਇਸ ਤੋਂ ਬਾਅਦ ਬੁਰਸ਼ ਕਰਦੀ ਹਾਂ ਅਤੇ ਨਹਾਉਂਦੀ ਹਾਂ। ਫਿਰ ਮੈਂ ਸਕੂਲ ਜਾਣ ਲਈ ਤਿਆਰ ਹੁੰਦੀ ਹਾਂ। ਸਕੂਲ ਜਾਣ ਲਈ ਤਿਆਰ ਹੋਣ ਤੋਂ ਬਾਅਦ ਮੈਂ ਨਾਸ਼ਤਾ ਕਰਦੀ ਹਾਂ। ਨਾਸ਼ਤਾ ਕਰਨ ਤੋਂ ਬਾਅਦ ਮੈਂ ਸਕੂਲ ਜਾਣ ਲਈ 7:15 ਵਜੇ ਘਰ ਤੋਂ ਨਿਕਲਦੀ ਹਾਂ। ਸਕੂਲ ਸਵੇਰੇ 8 ਵਜੇ ਲੱਗਦਾ ਹੈ ਅਤੇ ਦੁਪਹਿਰ 2 ਵਜੇ ਛੁੱਟੀ ਹੁੰਦੀ ਹੈ। ਮੈਂ ਸਕੂਲ ਵਿੱਚ ਧਿਆਨ ਨਾਲ ਪੜ੍ਹਾਈ ਕਰਦੀ ਹਾਂ ਅਤੇ ਅੱਧੀ ਛੁੱਟੀ ਵੇਲੇ ਦੋਸਤਾਂ ਨਾਲ ਗੱਲਾਂ ਕਰਦੀ ਹਾਂ ਅਤੇ ਕੁਝ ਖੇਡਦੀ ਵੀ ਹਾਂ। ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਮੈਂ ਘਰ ਆ ਕੇ ਥੋੜ੍ਹਾ ਜਿਹਾ ਆਰਾਮ ਕਰਦੀ ਹਾਂ। ਫਿਰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮੈਂ ਪੇਂਟਿੰਗ ਬਣਾਉਣ ਦਾ ਕੰਮ ਕਰਦੀ ਹਾਂ। ਮੈਨੂੰ ਪੇਂਟਿੰਗ ਬਣਾਉਣ ਵਿੱਚ ਬਹੁਤ ਖੁਸ਼ੀ ਮਿਲਦੀ ਹੈ ਅਤੇ ਆਪਣੀ ਕਲਾ ਨੂੰ ਹੋਰ ਨਿਖਾਰਨ ਦੀ ਕੋਸ਼ਿਸ਼ ਕਰਦੀ ਹਾਂ। ਸ਼ਾਮ ਨੂੰ ਮੈਂ 5 ਵਜੇ ਆਪਣਾ ਹੋਮਵਰਕ ਕਰਨਾ ਸ਼ੁਰੂ ਕਰਦੀ ਹਾਂ। ਮੈਂ ਸਕੂਲ ਵੱਲੋਂ ਦਿੱਤਾ ਗਿਆ ਸਾਰਾ ਕੰਮ ਮੁਕੰਮਲ ਕਰਦੀ ਹਾਂ। ਕੰਮ ਪੂਰਾ ਕਰ ਲੈਣ ਤੋਂ ਬਾਅਦ ਮੈਂ ਕੁਝ ਦੇਰ ਟੀਵੀ ਦੇਖਦੀ ਹਾਂ ਜਾਂ ਕੁਝ ਸਮਾਂ ਸੰਗੀਤ ਸੁਣਦੀ ਹਾਂ। ਕਈ ਵਾਰ ਮੈਂ ਆਲ ਇੰਡੀਆ ਰੇਡੀਓ ਵੀ ਸੁਣਦੀ ਹਾਂ ਜਿੱਥੇ ਖਬਰਾਂ ਵੀ ਪ੍ਰਸਾਰਿਤ ਹੁੰਦੀਆਂ ਹਨ। ਮੈਂ ਰਾਤ 8 ਵਜੇ ਦਾ ਖਾਣਾ ਖਾ ਲੈਂਦੀ ਹਾਂ। ਡਿਨਰ ਕਰਨ ਤੋਂ ਬਾਅਦ ਮੈਂ ਸੌਣ ਤੋਂ ਕੁਝ ਸਮਾਂ ਪਹਿਲਾਂ ਆਪਣੀਆਂ ਪਸੰਦੀਦਾ ਕਿਤਾਬਾਂ ਪੜ੍ਹਦੀ ਹਾਂ। ਕਈ ਵਾਰ ਮੇਰੇ ਪਿਤਾ ਮੈਨੂੰ ਕਹਾਣੀਆਂ ਵੀ ਸੁਣਾਉਂਦੇ ਹਨ। ਅੰਤ 10 ਵਜੇ ਮੈਂ ਸੌ ਜਾਂਦੀ ਹਾਂ ਤਾਂ ਕਿ ਅਗਲੇ ਦਿਨ ਤਾਜ਼ਗੀ ਨਾਲ ਉੱਠ ਸਕਾਂ ਅਤੇ ਆਪਣੇ ਅਗਲੇ दिन की शुरुआत कर सका। प्रिय शिक्षार्थियों, अभी अभी आपने एक छोटी बच्ची सारा के द्वारा बताई गई अपनी दिनचर्या को सुना। अब हम एक ऑडियो को सुनते हैं जो एक छोटे लड़के हरकिरत की दिनचर्या के बारे में है। चलिए सुनते हैं एक और ऑडियो। ਮੇਰਾ ਨਾਂ ਹਰਕਿਰਤ ਹੈ ਅਤੇ ਮੈਂ 8ਵੀਂ ਜਮਾਤ ਵਿੱਚ ਪੜ੍ਹਾਈ ਕਰ ਰਿਹਾ ਹਾਂ। ਮੈਨੂੰ ਸੰਗੀਤ ਬਹੁਤ ਪਸੰਦ ਹੈ ਅਤੇ ਮੈਂ ਟੈਨਿਸ ਵੀ ਖੇਡਦਾ ਹਾਂ। ਮੈਂ ਸਵੇਰੇ 6 ਵਜੇ ਉੱਠਦਾ ਹਾਂ। ਉੱਠਣ ਤੋਂ ਬਾਅਦ ਮੈਂ ਹਰ ਰੋਜ਼ 2 ਕਿਲੋਮੀਟਰ ਸੈਰ ਕਰਨ ਜਾਂਦਾ ਹਾਂ। ਇਸ ਦੌਰਾਨ ਮੇਰੇ ਦਾਦਾ ਜੀ ਵੀ ਮੇਰੇ ਨਾਲ ਹੀ ਹੁੰਦੇ ਹਨ। ਸੈਰ ਕਰਨ ਤੋਂ ਬਾਅਦ ਮੈਂ ਕੁਝ ਦੇਰ ਲਈ ਰੱਸੀ ਟੱਪਦਾ ਹਾਂ। ਫਿਰ ਮੈਂ ਕੁਝ ਦੇਰ ਲਈ ਆਰਾਮ ਕਰਦਾ ਹਾਂ ਤਾਂ ਜੋ ਸਰੀਰ ਨੂੰ ਆਇਆ ਹੋਇਆ ਮੁੜਕਾ ਆਦਿ ਚੰਗੀ ਤਰ੍ਹਾਂ ਸੁੱਕ ਜਾਵੇ। ਫਿਰ ਮੈਂ ਇੱਕ ਗਲਾਸ ਪਾਣੀ ਪੀਂਦਾ ਹਾਂ। ਪਾਣੀ ਪੀਣ ਤੋਂ ਬਾਅਦ ਮੈਂ ਬੁਰਸ਼ ਕਰਦਾ ਹਾਂ ਅਤੇ ਨਹਾਉਂਦਾ ਹਾਂ। ਇਸ ਤੋਂ ਬਾਅਦ ਮੈਂ ਨਾਸ਼ਤਾ ਕਰਦਾ ਹਾਂ। ਨਾਸ਼ਤਾ ਕਰਨ ਤੋਂ ਬਾਅਦ ਮੈਂ ਸਕੂਲ ਜਾਣ ਲਈ ਤਿਆਰ ਹੁੰਦਾ ਹਾਂ। ਫਿਰ ਮੈਂ 7:40 'ਤੇ ਘਰ ਤੋਂ ਨਿਕਲ ਜਾਂਦਾ ਹਾਂ। ਸਕੂਲ ਸਵੇਰੇ 8 ਵਜੇ ਲੱਗਦਾ ਹੈ। ਮੇਰੇ ਘਰ ਤੋਂ ਮੇਰਾ ਸਕੂਲ ਸਿਰਫ 300 ਮੀਟਰ ਦੀ ਦੂਰੀ 'ਤੇ ਹੈ। ਮੈਨੂੰ ਦੁਪਹਿਰ 2 ਵਜੇ ਸਕੂਲ ਤੋਂ ਛੁੱਟੀ ਹੁੰਦੀ ਹੈ। ਸਕੂਲ ਵਿੱਚ ਮੈਂ ਬਹੁਤ ਧਿਆਨ ਨਾਲ ਪੜ੍ਹਾਈ ਕਰਦਾ ਹਾਂ ਅਤੇ ਅੱਧੀ ਛੁੱਟੀ ਵੇਲੇ ਖਾਣਾ ਖਾਣ ਤੋਂ ਬਾਅਦ ਆਪਣੇ ਦੋਸਤਾਂ ਨਾਲ ਖੇਡਦਾ ਹਾਂ। ਸਕੂਲ ਵਿੱਚ ਮੈਂ ਲਾਇਬ੍ਰੇਰੀ ਵਿੱਚ ਵੀ ਪੜ੍ਹਨ ਜਾਂਦਾ ਹਾਂ। ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਮੈਂ ਘਰ ਆ ਕੇ ਥੋੜ੍ਹੀ ਦੇਰ ਲਈ ਆਰਾਮ ਕਰਦਾ ਹਾਂ। ਫਿਰ 4:30 ਵਜੇ ਮੈਂ ਆਪਣੇ ਸਕੂਲ ਦੇ ਖੇਡ ਮੈਦਾਨ ਵਿੱਚ ਟੈਨਿਸ ਖੇਡਣ ਲਈ ਜਾਂਦਾ ਹਾਂ। ਮੈਨੂੰ ਟੈਨਿਸ ਖੇਡਣਾ ਬਹੁਤ ਪਸੰਦ ਹੈ। ਇਹ ਮੈਨੂੰ ਤਾਜ਼ਗੀ ਦਿੰਦਾ ਹੈ ਅਤੇ ਤੰਦਰੁਸਤੀ ਵੀ ਪ੍ਰਦਾਨ ਕਰਦਾ ਹੈ। ਖੇਡ ਮੈਦਾਨ ਤੋਂ ਮੈਂ 6:30 ਵਜੇ ਵਾਪਸ ਆਉਂਦਾ ਹਾਂ। ਵਾਪਸ ਆ ਕੇ ਮੈਂ ਸਕੂਲ ਤੋਂ ਮਿਲਿਆ ਕੰਮ ਕਰਦਾ ਹਾਂ ਅਤੇ ਇਸ ਨੂੰ 1 ਘੰਟੇ ਵਿੱਚ ਖ਼ਤਮ ਕਰ ਲੈਂਦਾ ਹਾਂ। ਹੋਮਵਰਕ ਖ਼ਤਮ ਕਰਨ ਤੋਂ ਬਾਅਦ ਮੈਂ ਅੱਧਾ ਘੰਟਾ ਟੀਵੀ ਵੇਖਦਾ ਹਾਂ। ਸ਼ਾਮ ਦੇ 8 ਵਜੇ ਦੇ ਕਰੀਬ ਪਰਿਵਾਰ ਨਾਲ ਮਿਲ ਕੇ ਰਾਤ ਦਾ ਖਾਣਾ ਖਾਂਦਾ ਹਾਂ। ਡਿਨਰ ਕਰਨ ਤੋਂ ਬਾਅਦ ਮੈਂ ਫਿਰ ਆਪਣੀ ਮਨਪਸੰਦ ਕਿਤਾਬ ਪੜ੍ਹਦਾ ਹਾਂ। ਮੇਰੇ ਕੋਲ ਮੇਰੀ ਆਪਣੀ ਲਾਇਬ੍ਰੇਰੀ ਵਿੱਚ ਲੋਕ ਕਹਾਣੀਆਂ ਅਤੇ ਹੋਰ ਵਿਸ਼ਿਆਂ ਦੀਆਂ ਲਗਭਗ 50 ਕਿਤਾਬਾਂ ਹਨ। ਫਿਰ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪਿਤਾ ਨਾਲ ਦਿਨ ਭਰ ਕੀਤੇ ਕੰਮਾਂ ਬਾਰੇ ਗੱਲਬਾਤ ਕਰਦਾ ਹਾਂ। ਰਾਤ ਦੇ 10 ਵਜੇ ਮੈਂ ਸੌ ਜਾਂਦਾ ਹਾਂ ਤਾਂ ਜੋ ਮੈਂ ਭਰਪੂਰ ਨੀਂਦ ਹਾਸਲ ਕਰਾਂ ਅਤੇ ਅਗਲੇ ਦਿਨ ਸਵੇਰੇ ਤਾਜ਼ਗੀ ਨਾਲ ਉੱਠ ਸਕਾਂ। ਸੋ ਇਹ ਮੇਰੀ ਦਿਨ ਭਰ ਦੀ ਨਿਤਨੇਮ ਹੈ। प्रिय शिक्षार्थियों,
अभी अभी आपने एक छोटी बच्ची सारा और एक छोटे बालक हरकिरत की दिनचर्या के बारे में सुना है। अब हम एक और ऑडियो को सुनते हैं जिसमें एक दफ्तर में कार्यरत अधिकारी अपनी दिनचर्या के बारे में बात करते हैं। चलिए सुनते हैं एक और ऑडियो। नमस्कार दोस्तों, मेरा नाम रजिंदर कुमार रैना है। ਮੇਰੇ ਸਵੇਰ ਦੀ ਸ਼ੁਰੂਆਤ ਮੌਸਮ ਦੇ ਅਨੁਸਾਰ ਹੁੰਦੀ ਹੈ। ਗਰਮੀਆਂ ਵਿੱਚ ਮੈਂ ਸਵੇਰੇ 5 ਵਜੇ ਸੈਰ ਕਰਨ ਲਈ ਆਪਣੇ ਘਰ ਦੇ ਨਜ਼ਦੀਕ ਪਾਰਕ ਵਿੱਚ ਜਾਂਦਾ ਹਾਂ, ਜਦਕਿ ਸਰਦੀਆਂ ਵਿੱਚ ਠੰਡ ਕਾਰਨ ਇਹ ਸਮਾਂ 6 ਵਜੇ ਦਾ ਹੁੰਦਾ ਹੈ। ਪਾਰਕ ਵਿੱਚ ਮੇਰੇ ਕੁਝ ਹੋਰ ਦੋਸਤ ਵੀ ਹੁੰਦੇ ਹਨ। ਅਸੀਂ ਸਾਰੇ ਇਕੱਠੇ ਸਵੇਰੇ ਦੀ ਸੈਰ ਕਰਦੇ ਹਾਂ। ਸਵੇਰੇ ਦਾ ਇਹ ਵੇਲਾ ਮਨ ਅਤੇ ਸਰੀਰ ਨੂੰ ਤਾਜ਼ਗੀ ਅਤੇ ਸਕੂਨ ਦੇਣ ਵਾਲਾ ਸਮਾਂ ਹੁੰਦਾ ਹੈ। ਵਾਤਾਵਰਨ ਵਿੱਚ ਚਾਰੋਂ ਪਾਸੇ ਸ਼ਾਂਤੀ ਹੁੰਦੀ ਹੈ ਅਤੇ ਪੰਛੀ ਚਹਿਚਹਾ ਰਹੇ ਹੁੰਦੇ ਹਨ। 1 ਘੰਟਾ ਸੈਰ ਕਰਨ ਤੋਂ ਬਾਅਦ ਅਸੀਂ ਸਾਰੇ ਮਿੱਤਰ 1 ਘੰਟਾ ਯੋਗ ਕਰਦੇ ਹਾਂ। ਯੋਗ ਸਰੀਰ ਨੂੰ ਤੰਦਰੁਸਤ ਰੱਖਣ ਲਈ ਇੱਕ ਬਹੁਤ ਵਧੀਆ ਸਾਧਨ ਹੈ। ਯੋਗ ਨਾਲ ਮੈਂ ਆਪਣੇ ਮਨ ਨੂੰ ਸ਼ਾਂਤ ਅਤੇ ਤਣਾਅ ਤੋਂ ਮੁਕਤ ਕਰਦਾ ਹਾਂ ਅਤੇ ਸਰੀਰ ਵਿੱਚ ਲਚਕੀਲਾਪਨ ਅਤੇ ਤਾਕਤ ਮਹਿਸੂਸ ਕਰਦਾ ਹਾਂ। ਇਸ ਨਾਲ ਜਿੱਥੇ ਸਰੀਰ ਤੰਦਰੁਸਤ ਰਹਿੰਦਾ ਹੈ, ਉੱਥੇ ਕਈ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ। ਸਵੇਰੇ ਦੇ 2 ਘੰਟੇ ਸੈਰ ਅਤੇ ਯੋਗ ਕਰਨ ਤੋਂ ਬਾਅਦ 7 ਵਜੇ ਘਰ ਵਾਪਸ ਆ ਜਾਂਦਾ ਹਾਂ। ਘਰ ਪਹੁੰਚ ਕੇ ਮੈਂ ਅਖਬਾਰ ਪੜ੍ਹਦਾ ਹਾਂ। ਮੇਰੇ ਘਰ 2 ਅਖਬਾਰ ਆਉਂਦੇ ਹਨ, ਇੱਕ ਅੰਗਰੇਜ਼ੀ ਦਾ ਅਤੇ ਇੱਕ ਪੰਜਾਬੀ ਦਾ। ਮੈਂ ਅੱਧਾ ਘੰਟਾ ਉਹਨਾਂ ਦੋਵਾਂ ਅਖਬਾਰਾਂ ਨੂੰ ਪੜ੍ਹਦਾ ਹਾਂ। ਫਿਰ ਮੇਰੀ ਪਤਨੀ ਮੈਨੂੰ 1 ਕੱਪ ਗ੍ਰੀਨ ਟੀ ਪੀਣ ਲਈ ਦਿੰਦੀ ਹੈ। ਉਹ ਪੀਣ ਉਪਰੰਤ ਮੈਂ ਬੁਰਸ਼ ਅਤੇ ਨਹਾਉਣ ਆਦਿ ਲਈ ਚਲਾ ਜਾਂਦਾ ਹਾਂ। ਕਰੀਬ 8 ਵਜੇ ਮੈਂ ਨਹਾ ਕੇ ਤਿਆਰ ਹੋ ਜਾਂਦਾ ਹਾਂ। ਤਿਆਰ ਹੋਣ ਤੋਂ ਬਾਅਦ ਮੈਂ ਕਰੀਬ 15 ਮਿੰਟ ਪਾਠ ਪੂਜਾ ਵਿੱਚ ਲਗਾਉਂਦਾ ਹਾਂ। ਇਸ ਤੋਂ ਬਾਅਦ ਮੈਂ ਸਵੇਰੇ ਦਾ ਖਾਣਾ ਖਾਂਦਾ ਹਾਂ। ਮੈਨੂੰ ਇਸ ਕੰਮ ਵਿੱਚ ਲਗਭਗ ਅੱਧਾ ਕੁ ਘੰਟਾ ਲੱਗ ਜਾਂਦਾ ਹੈ। ਖਾਣਾ ਖਾਣ ਤੋਂ ਬਾਅਦ ਮੈਂ ਆਪਣੇ ਦਫ਼ਤਰ ਲਈ ਰਵਾਨਾ ਹੋ ਜਾਂਦਾ ਹਾਂ। ਮੈਂ ਕੇਂਦਰ ਸਰਕਾਰ ਦੇ ਉੱਤਰ ਖੇਤਰੀ ਭਾਸ਼ਾ ਕੇਂਦਰ ਵਿਖੇ ਦਫ਼ਤਰ ਨਿਗਰਾਨ ਦੇ ਅਹੁਦੇ 'ਤੇ ਨੌਕਰੀ ਕਰਦਾ ਹਾਂ। ਮੇਰਾ ਦਫ਼ਤਰ ਮੇਰੇ ਘਰ ਤੋਂ ਕਰੀਬ 2 ਕਿਲੋਮੀਟਰ ਦੂਰ ਹੈ। ਮੈਂ ਕਦੀ ਪੈਦਲ ਅਤੇ ਕਦੀ ਕਿਸੇ ਵਾਹਨ ਜਿਵੇਂ ਮੋਟਰਸਾਈਕਲ, ਕਾਰ ਆਦਿ ਦੁਆਰਾ ਆਪਣੇ ਦਫ਼ਤਰ ਪਹੁੰਚਦਾ ਹਾਂ। ਦਿਨ ਵਿੱਚ ਮੈਂ ਆਪਣੇ ਦਫ਼ਤਰ ਵਿੱਚ ਵੱਖ-ਵੱਖ ਕੰਮਾਂ ਨੂੰ ਕਰਦਾ ਹਾਂ। ਮੈਂ ਉਂਝ ਕਸ਼ਮੀਰ ਦਾ ਰਹਿਣ ਵਾਲਾ ਹਾਂ, ਪਰ ਪਿਛਲੇ 32 ਸਾਲ ਤੋਂ ਪੰਜਾਬ ਵਿੱਚ ਰਹਿ ਰਿਹਾ ਹਾਂ। ਦਫ਼ਤਰੀ ਕੰਮਕਾਜ ਨੂੰ ਚੰਗੇ ਤਰੀਕੇ ਨਾਲ ਚਲਾਉਣ ਲਈ ਮੈਂ ਦਫ਼ਤਰ ਵਿੱਚ ਨੌਕਰੀ ਕਰਨ ਦੌਰਾਨ ਪੰਜਾਬੀ ਭਾਸ਼ਾ ਵੀ ਸਿੱਖੀ, ਜਿਸ ਦਾ ਮੈਨੂੰ ਨੌਕਰੀ ਦੌਰਾਨ ਬਹੁਤ ਲਾਭ ਹੋਇਆ। ਹੁਣ ਮੈਂ ਪੰਜਾਬੀ ਵਿੱਚ ਆਈ ਕੋਈ ਵੀ ਚਿੱਠੀ ਆਦਿ ਪੜ੍ਹ ਲੈਂਦਾ ਹਾਂ ਅਤੇ ਉਸ ਦਾ ਜਵਾਬ ਵੀ ਦਿੰਦਾ ਹਾਂ। ਦੂਜਾ, ਇਸ ਨਾਲ ਮੈਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਗੱਲਬਾਤ ਕਰਨ ਵਿੱਚ ਬਹੁਤ ਸਹੂਲਤ ਰਹੀ ਹੈ। ਮੈਂ ਸ਼ਾਮ ਤੱਕ ਆਪਣੇ ਦਫ਼ਤਰ ਵਿੱਚ ਕੰਮ ਕਰਦਾ ਹਾਂ। ਸ਼ਾਮ ਨੂੰ 6 ਵਜੇ ਘਰ ਪਹੁੰਚਦਾ ਹਾਂ ਅਤੇ ਫਿਰ ਮੈਂ ਕੁਝ ਦੇਰ ਆਰਾਮ ਕਰਦਾ ਹਾਂ। ਆਰਾਮ ਕਰਨ ਤੋਂ ਬਾਅਦ ਮੈਂ ਕੁਝ ਦੇਰ ਟੀਵੀ ਵੇਖਦਾ ਹਾਂ। ਮੈਨੂੰ ਫਿਲਮਾਂ ਵੇਖਣੀਆਂ ਪਸੰਦ ਹਨ। ਇਸ ਦੇ ਨਾਲ ਰਾਤ ਨੂੰ ਟੀਵੀ ਉੱਤੇ ਖਬਰਾਂ ਵੀ ਸੁਣਦਾ ਹਾਂ। ਇਸ ਤੋਂ ਬਾਅਦ 8 ਵਜੇ ਰਾਤ ਖਾਣਾ ਖਾਂਦਾ ਹਾਂ। ਫਿਰ ਆਪਣੇ ਪਰਿਵਾਰ ਨਾਲ ਬੈਠ ਗੀਤ ਸੰਗੀਤ ਸੁਣਦਾ ਹਾਂ ਅਤੇ ਗੀਤ ਸੁਣਾਉਂਦਾ ਹਾਂ। ਮੈਨੂੰ ਗੀਤ ਗਾਉਣਾ ਦਾ ਬਹੁਤ ਸ਼ੌਕ ਹੈ। ਇਸ ਤਰ੍ਹਾਂ ਰਾਤ ਕਰੀਬ 10 ਵਜੇ ਮੈਂ ਸੋ ਜਾਂਦਾ ਹਾਂ। ਇਹ ਮੇਰੀ रोज ਦਾ नित्य नियम है। शुक्रिया। प्रिय शिक्षार्थियों, अभी अभी आपने एक और ऑडियो सुनी जिसमें श्री राजेंद्र रैना अपनी दिनचर्या के बारे में हमें बता रहे थे। यह दिनचर्या असल में क्या है? यह दिनचर्या असल में किसी भी व्यक्ति द्वारा पूरे दिन में किए जाने वाले कार्यों का विवरण है। अब तक आपको मालूम हो गया होगा कि हम आज किस विषय के
बारे में बातचीत करेंगे। हमारा आज का विषय निश्चित रूप से क्रिया है। आप सभी भी दिन में बहुत सारी क्रियाओं को करते होंगे। जहां तक कि जब आप यह वीडियो देख और सुन रहे हैं तो भी देखने और सुनने की दो क्रियाएं कर रहे हैं। क्रिया से हमारा भाव है किसी काम या कार्य का करना या होना, अर्थात जिस शब्द से किसी काम या कार्य के करने या होने का भाव प्रकट हो उसे क्रिया कहा जाता है। अभी तक हमने जितनी भी ऑडियो सुनी है उनमें 3 लोग अलग अलग कार्य करते हैं। कोई खेलने का कार्य करता है, कोई पढ़ने का कार्य करता है, तो कोई दफ्तर में या घर में अलग अलग कार्य करते हैं। इस प्रकार किसी भी व्यक्ति द्वारा किया गया कार्य क्रिया कहलाता है। धातु क्रिया का सबसे बुनियादी रूप होता है। इसे मूल क्रिया भी कहा जाता है। धातु क्रिया के उस अंश को कहते हैं जो क्रिया से बने हर एक रूप में मौजूद होता है। हर क्रिया या क्रिया रूप का मूल आधार कोई धातु ही होता है। पंजाबी भाषा के धातु में न, य, ण प्रत्यय लगाने से हमें क्रिया रूप प्राप्त होते हैं। जैसे खा धातु से खाना क्रिया रूप, पी धातु से पीना क्रिया रूप इत्यादि। इसके अलावा और भी कई क्रिया रूप बनाए जा सकते हैं। मुख्य क्रिया किसी भी वाक्य में अलग अलग श्रेणियों के शब्द एक विशेष क्रम में प्रस्तुत होते हैं तो हमें अर्थ का ज्ञान होता है। इन शब्दों में जो क्रिया मुख्य भूमिका निभाती है उसे मुख्य क्रिया कहते हैं। जैसे नदी बहुत तेज बगदी है, नदी बहुत तेज बहती है। ओह घर जा रहा है, वह घर जा रहा है। ओह स्कूल विच पढ़ रहा है, वह स्कूल में पढ़ रहा है। उपरोक्त वाक्यों में वगदी, जा और पढ़ शब्द मुख्य क्रिया का कार्य कर रहे हैं। इन्हीं से हमें किसी के द्वारा किए जा रहे काम का ज्ञान होता है। सहायक क्रिया वह क्रिया जो मुख्य क्रिया के साथ एक सहायक के रूप में कार्य करती है उसे सहायक क्रिया कहते हैं। यह मुख्य क्रिया का कालबोधक होती है। पंजाबी में मुख्य रूप से है और सी 2 सहायक क्रियाएं हैं। है वर्तमान काल की बोधक सहायक क्रिया है और सी भूतकाल की बोधक सहायक क्रिया है। इसके वचन के अनुसार कई और रूप भी बनते हैं, जैसे वचन उत्तम पुरुष, मध्यम पुरुष, अन्य पुरुष। एक वचन हाँ, सी, साहे, सी, सें, है, सी। बहुवचन हाँ, सी, सा, हो, सी, सो, हन, सी, सन। पंजाबी में क्रिया मुख्य रूप से 2 प्रकार की होती है। पहली अकर्मक क्रिया और दूसरी सकर्मक क्रिया। अकर्मक क्रिया और सकर्मक क्रिया, क्रिया का संबंध कर्ता और कर्म के साथ होता है, इसलिए पहले इनके बारे में जान लेना अति आवश्यक है। कर्ता से भाव है वो व्यक्ति जो क्रिया को करता है। कर्म से भाव है कर्ता का प्रभाव जिसके ऊपर पड़ता है, उसे कर्म कहा जाता है। अब हम अकर्मक और सकर्मक क्रिया के बारे में जानते हैं। अकर्मक क्रिया जिस क्रिया का प्रभाव कर्ता तक ही रहे अथवा जिस क्रिया को करने के लिए कर्म की आवश्यकता ना हो, उसे अकर्मक क्रिया कहा जाता है। ऐसे वाक्य कर्म के बिना संपूर्ण होते हैं, जैसे ओह पढ़ता है, वह पढ़ता है, ओह
ਖੇਡਦੀ ਹੈ, वह खेलती है, ਅਸੀਂ ਖਾਂਦੇ ਹਾਂ, हम खाते हैं। स्कर्मक क्रिया, जिस क्रिया के काम संबंध कर्ता और कर्म दोनों के साथ हो अथवा जिस वाक्य में क्रिया के साथ कर्म भी हो उसे स्कर्मक क्रिया कहते हैं। ऐसे वाक्यों में कर्म का होना आवश्यक माना जाता है, जैसे वह पुस्तक पढ़ता है, वह पुस्तक पढ़ता है, वह हाकी खेलती है, वह हाकी खेलती है, ਅਸੀਂ चौल खाते हाँ, हम चावल खाते हैं। प्रेरणार्थक क्रिया, जिस क्रिया का कर्ता कार्य को खुद ना करे लेकिन किसी और से करवाए या करने की प्रेरणा दे, उस क्रिया को प्रेरणार्थक क्रिया कहा जाता है। कई बार ऐसा भी होता है कि क्रिया का कर्ता किसी को प्रेरणा देकर किसी तीसरे व्यक्ति से यह कार्य करवाता है तो उसे द्वितीय प्रेरणार्थक क्रिया कहा जाता है। इसके उदाहरण इस प्रकार हैं। मूल क्रिया प्रेरणार्थक क्रिया, द्वितीय प्रेरणार्थक क्रिया लिखना, लिखना, लिखावना, लिखाना, लिखवाना, लिखवाना, पढ़ना, पढ़ाना, पढ़ाना, पढ़वाना, पढ़वाना, फड़ना, पकड़ना, फड़ाना, फड़ाना, फड़वाना, पकड़वाना, दबना, दबना, दबाना, दबावना, दबवाना, दबवाना, करना, करना, करावना, करवाना, करवाना। संयुक्त क्रिया, वह क्रिया जो दो या दो से अधिक धातुओं के मेल से बनती है उसे संयुक्त क्रिया कहते हैं, अथवा दो या दो से अधिक क्रियाएं मिलकर जब किसी एक पूर्ण क्रिया का बोध कराती हैं तो उन्हें संयुक्त क्रिया कहते हैं। जैसे वह स्कूल तो घर मुड़ आया, वह स्कूल से वापस आ गया, मोहन कॉलेज चला गया, मोहन कॉलेज चला गया, उसने रोटी खा ली है, उसने खाना खा लिया है। उपरोक्त वाक्यों में से पहले वाक्य में दो क्रियाएं मुड़ और आया का प्रयोग किया गया है। यह मुड़ और आ मूल क्रियाओं के संयोग से बनी संयुक्त क्रिया है। इस प्रकार चला और गया, खा और लई दो क्रियाओं के सुमेल से बनी संयुक्त क्रियाएं हैं। पंजाबी में क्रिया का स्वरूप लिंग और वचन के अनुसार बदल जाता है। जैसे क्रिया पर लिंग का प्रभाव, कुड़ी खेलती है, लड़की खेलती है, मुंडा खेलता है, लड़का खेलता है, गीता गाउंदी है, गीता गाती है, मोहन गाउंदा है, मोहन गाता है। उपरोक्त दोनों वाक्यों में क्रिया लिंग के अनुसार अपने स्वरूप बदल देती है। जहां स्त्रीलिंग संज्ञा का प्रयोग किया गया है वहां पर क्रिया का स्वरूप भी स्त्रीलिंग हो जाता है, और जहां पर संज्ञा पुल्लिंग है वहां क्रिया भी पुल्लिंग संज्ञा के अनुसार बदल जाती है। क्रिया पर वचन का प्रभाव, पंजाबी में क्रिया के ऊपर वचन का प्रभाव भी निश्चित रूप से पड़ता है। जैसे कुड़ियां खेडदियां हन, लड़कियां खेलती हैं, मुंडे खेडदे हन, लड़के खेलते हैं, कुड़ियां गाउंदियां हन, लड़कियां गाती हैं, मुंडे गाउंदे हन, लड़के गाते हैं।
कुछ रोजमर्रा जीवन की मूल क्रियाएं: देखना, देखना, सुनना, सुनना, बोलना, बोलना, करना, करना, लिखना, लिखना, पढ़ना, पढ़ना, गाना, गाना, सोना, सोना, आना, आना, जाना, जाना, खाना, खाना, पीना, पीना, देना, देना, लेना, लेना, सुकाना, सुकाना, नहाना, नहाना, जागना, जागना, दौड़ना, दौड़ना, चलना, चलना, तुरना, चलना, रखना, रखना, बैठना, बैठना, फड़ना, पकड़ना, बनाना, बनाना, धोना, धोना, खरीदना, खरीदना, बेचना, बेचना, तोड़ना, तोड़ना, मोड़ना, मोड़ना, जोड़ना, जोड़ना, कटना, काटना, वढ़ना, काटना, सुटना, फेंकना, आना, आना, रुकना, रुकना, खोलना, खोलना, बंद करना, बंद करना, रहना, रहना, ठहरना, ठहरना, छड़ना, छोड़ना, समझना, समझना, सीखना, सीखना। प्रिय शिक्षार्थियों, इस प्रकार हम देख सकते हैं कि पंजाबी में क्रियाएं किस प्रकार कार्य करती है। इस अध्याय के साथ आपको अन्य क्रियाएं और क्रिया रूप भी PDF फॉर्मेट में उपलब्ध करवाने की हमारी कोशिश रहेगी। धन्यवाद।